ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਹਰ ਰੋਜ਼ ਦੀ ਤਰ੍ਹਾਂ ਪ੍ਰਾਈਮ ਵੂਮਨ ਪ੍ਰੋਗਰਾਮ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਹੋ ਗਏ ਹਾਂ। ਮੈਂ ਹਾਂ ਕੁਸਮ ਤੇ ਮੇਰੇ ਨਾਲ ਨੇ ਹਰਮਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਮਨ ਜੀ। ਕੀ ਹਾਲ ਚਾਲ ਨੇ ਕੁਸਮ ਜੀ? ਬਹੁਤ ਵਧੀਆ ਹਰਮਨ ਜੀ। ਕਿਵੇਂ ਲੰਘ ਰਹੀ ਹੈ ਜ਼ਿੰਦਗੀ? ਬਹੁਤ ਵਧੀਆ ਲੰਘ ਰਹੀ ਆ ਜੀ, ਤੇ ਆਪਣੇ ਵਹਾਅ ਦੇ ਵਿੱਚ ਲੰਘ ਰਹੀ ਹੈ, ਬਹੁਤ ਰਵਾਨੀਅਤ ਦੇ ਨਾਲ ਲੰਘ ਰਹੀ ਹੈ। ਬਹੁਤ ਸੋਹਣੀ ਚੀਜ਼ ਹੈ ਇਹ, ਹਮੇਸ਼ਾ ਇਦਾਂ ਲੰਘਣੀ ਚਾਹੀਦੀ ਹੈ। ਤੇ ਫਿਲਹਾਲ ਵੈਸੇ ਜੇ ਮੌਸਮ ਦੀ ਗੱਲ ਕੀਤੀ ਜਾਏ ਤਾਂ ਮੀਂਹ ਜ਼ਰੂਰ ਪਿਆ ਹੈ ਕੁਝ ਇਲਾਕਿਆਂ ਦੇ ਵਿੱਚ, ਪਰ ਤਪਸ਼ ਹੋਰ ਜ਼ਿਆਦਾ ਵੱਧ ਗਈ ਹੈ, ਗਰਮੀ ਹੋਰ ਜ਼ਿਆਦਾ ਹੋ ਗਈ ਹੈ। ਬੰਦਾ ਕਹਿੰਦਾ ਵੀ ਇਦਾਂ ਦੇ ਮੀਂਹ ਪੈਣ ਨਾਲੋਂ ਨਾ ਹੀ ਪੈਂਦਾ ਜੀ, ਕਿਉਂਕਿ ਹੁਮਸ ਹੋਰ ਜ਼ਿਆਦਾ ਵੱਧ ਗਈ ਨਾ ਉਹਦੇ ਨਾਲ। ਪਰ ਖੈਰ ਮੌਸਮ ਵਿਭਾਗ ਤਾਂ ਇਹ ਕਹਿੰਦਾ ਵੀ ਆਉਂਦੇ ਸਮੇਂ ਦੇ ਵਿੱਚ ਭਾਰੀ ਵਰਖਾ ਦਾ ਅਨੁਮਾਨ ਹੈ। ਦੇਖਦੇ ਹਾਂ ਕਿ ਭਾਰੀ ਵਰਖਾ ਕਦੋਂ ਹੁੰਦੀ ਹੈ, ਕਿਉਂਕਿ ਬੜੀ ਬੇਸਬਰੀ ਨਾਲ ਇਹਦੀ ਉਡੀਕ ਹੈ। ਕੁਝ ਇੱਕ ਇਲਾਕਿਆਂ 'ਚ ਜਿੱਥੇ ਜਿਹੜੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਮਾੜੇ ਹੋਏ ਨੇ। ਕਹਿਣ ਲੱਗੀ ਸੀ ਵੀ ਜਿੱਥੇ ਤਾਂ ਭਾਰੀ ਵਰਖਾ ਦੀ ਲੋੜ ਹੈ ਉੱਥੇ ਹੀ ਪੈਣੀ ਚਾਹੀਦੀ ਹੈ, ਬਾਕੀ ਥਾਵਾਂ ਤੇ ਹਲੇ ਨਾ ਪਵੇ ਤਾਂ ਉਹਦੇ ਵਿੱਚ ਹੀ ਫਾਇਦਾ। ਕਿਉਂਕਿ ਘੱਗਰ ਦਰਿਆ, ਮੈਂ ਤਸਵੀਰਾਂ ਵੇਖ ਰਹੀ ਸੀਗੀ ਵੀ ਜਿਹੜੀਆਂ ਔਰਤਾਂ ਨੇ ਉੱਥੇ ਦੀਆਂ ਸਥਾਨਕ ਔਰਤਾਂ ਨੇ, ਉਹ ਵੀ ਮਿੱਟੀ ਦੇ ਬੋਰੇ ਭਰ ਭਰ ਕੇ, ਰੇਤੇ ਦੇ ਬੋਰੇ ਭਰ ਭਰ ਕੇ ਉਹ ਪਾੜ ਨੂੰ ਭਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਸਾਰੇ ਲੱਗੇ ਹੋਏ ਨੇ ਉੱਥੇ, ਫੌਜੀ ਵੀਰ ਵੀ ਪਹੁੰਚੇ ਹੋਏ ਨੇ, ਤੇ ਹਾਲਾਤ ਬਹੁਤ ਖਰਾਬ ਨੇ। ਔਰ ਕੁਸਮ ਜੀ ਇੱਥੋਂ ਦੀ ਮੈਂ ਤੁਹਾਨੂੰ ਖਬਰ ਦੱਸਦੀ ਹਾਂ, ਕਹਿੰਦੇ ਵੀ ਉੱਥੇ ਜਿੱਥੇ ਲੋਕ ਜਿਹੜੇ ਨੇ ਉਹ ਤਾਂ ਇਹ ਕੋਸ਼ਿਸ਼ ਕਰ ਰਹੇ ਵੀ ਉਹ ਪਾੜ ਨੂੰ ਭਰ ਦਿੱਤਾ ਜਾਵੇ, ਹਨਾ। ਤੇ ਉੱਥੇ ਹੀ ਕੁਝ ਇੱਕ ਅਧਿਕਾਰੀ ਇਹੋ ਜਿਹੇ ਨੇ ਜਿਹੜੇ ਉੱਥੇ ਜਾ ਕੇ ਉਲਟਾ ਲੋਕਾਂ ਤੇ ਰੋਬ ਝਾੜਦੇ ਨੇ ਕਿ ਕਾਜੂ ਲੈ ਕੇ ਆਓ, ਮੇਵੇ ਲੈ ਕੇ ਆਓ, ਕੌਫੀ ਲੈ ਕੇ ਆਓ, ਦੁੱਧ 'ਚ ਪੱਤੀ ਪਾ ਕੇ ਲੈ ਕੇ ਆਓ, ਸਾਡੀ ਸੇਵਾ ਕਰੋ। ਇਹੋ ਜਿਹੇ ਨੇਤਾਵਾਂ ਨੂੰ ਫੜ ਕੇ ਨਾ ਉਸੇ ਪਾਣੀ 'ਚ ਰੋੜ ਦੇਣਾ ਚਾਹੀਦਾ। ਜੀ, ਮੈਂ ਵੀ ਇਹੀ ਕਹਿ ਰਹੀ ਸੀ ਵੀ ਇਹੋ ਜਿਹੇ ਜਿਹੜੇ ਅਧਿਕਾਰੀ ਨੇ ਨਾ, ਉਹਨਾਂ ਨੂੰ ਢਾਹ ਲੈਣਾ ਚਾਹੀਦਾ, ਉਸੇ ਪਾਣੀ 'ਚ ਲਾ ਲੈਣਾ ਚਾਹੀਦਾ, ਤੇ ਉਹਨਾਂ ਨੂੰ ਉੱਥੇ ਬੰਨ ਲੈਣਾ ਚਾਹੀਦਾ ਹੈ ਵੀ 4-5 ਦਿਨ ਇਸ ਪਾਣੀ ਦੇ ਵਿੱਚ ਇੱਥੇ ਰਹਿ ਕੇ ਵੇਖੋ, ਤੁਹਾਨੂੰ ਪਤਾ ਜਾਵੇ ਲੱਗ ਵੀ ਮੇਵੇ ਕਿੱਥੋਂ ਆਉਣੇ ਨੇ ਤੇ ਦੁੱਧ 'ਚ ਪੱਤੀ ਕਿਵੇਂ ਪੈਣੀ। ਆਪਦੇ ਘਰ ਨਹੀਂ ਨਾ ਉੱਥੇ ਹੈਗੇ, ਆਪਦੇ ਘਰ ਹੁਣ ਆਪਦੇ ਨਿਆਣੇ ਰੋਂਦੇ ਹੁਣ, ਆਪਦੀਆਂ ਘਰ ਵਾਲੀਆਂ ਉੱਥੇ ਇਦਾਂ ਬੈਠੀਆਂ ਹੁਣ, ਫਿਰ ਲੱਗੇ ਪਤਾ। ਤੇ ਹੁਣ ਆਪਦੇ ਤਾਂ ਘਰ ਬਹੁਤ ਸੇਫ ਏਰੀਆਜ਼ ਦੇ ਵਿੱਚ ਨੇ, ਤੇ ਅਸੀਂ ਉੱਥੇ ਜਾ ਕੇ ਕਾਜੂ ਮੇਵੇ ਮੰਗਣੇ ਆ? ਜੀ, ਸ਼ਰਮ ਆਉਣੀ ਚਾਹੀਦੀ ਹੈ। ਹਾਂ, ਪਰ ਇਹ ਆ ਨਹੀਂ ਸਕਦੀ। ਜਦੋਂ ਫਤਿਹਵੀਰ ਵਾਲਾ ਮਾਮਲਾ ਹੋਇਆ ਸੀ ਉਦੋਂ ਵੀ ਇਦਾਂ ਦੀਆਂ ਖਬਰਾਂ ਸਾਹਮਣੇ ਆਈਆਂ। ਉਸ ਤੋਂ ਪਹਿਲਾਂ ਵੀ ਕਈ ਮਾਮਲੇ ਇਹੋ ਜਿਹੇ ਹੋ ਚੁੱਕੇ ਨੇ ਜਿੱਥੇ ਬੰਦਾ ਤਾਂ ਵਿਚਾਰਾ ਮਰਨ ਕੰਢੇ ਹੈ, ਬੰਦੇ ਨੂੰ ਸੁੱਝ ਬੁੱਝ ਨਹੀਂ ਹੈਗੀ, ਹੈ ਨਾ, ਵੀ ਮੈਂ ਕੀ ਕਰਨਾ ਹੈ ਕੀ ਨਹੀਂ, ਕਿਵੇਂ ਆਪਣਾ ਆਪ ਬਚਾਉਣਾ ਹੈ, ਕਿਵੇਂ ਮੈਂ ਜ਼ਿੰਦਗੀ ਨੂੰ ਅੱਗੇ ਤੋਰਨਾ ਹੈ। ਤੇ ਉੱਥੇ ਇਦਾਂ ਦੇ ਉੱਚ ਅਧਿਕਾਰੀ ਜਿਹੜੇ ਨੇ, ਸਾਰੇ ਮਾੜੇ ਨਹੀਂ ਪਰ ਬਹੁਤੇ ਚੰਗੇ ਵੀ ਨਹੀਂ, ਬਿਲਕੁਲ, ਹਨਾ। ਸੋ ਏਦਾਂ ਜਿਹੜੇ ਉੱਚ ਅਧਿਕਾਰੀ ਨਹੀਂ ਆ, ਏਦਾਂ ਦੇ ਜਿਹੜੇ ਹੋਰ ਮਹਿਕਮਿਆਂ ਦੇ ਅਫਸਰ ਨੇ, ਉਹ ਏਦਾਂ ਦੇ ਰੋਹ ਪਾਉਣ ਲਈ ਇਹਨਾਂ ਨੇਤਾਵਾਂ ਦੇ ਕਰਕੇ ਹੀ ਤਾਂ ਹਰਮਨ ਜੀ ਇਹ ਏਦਾਂ ਦੇ ਨੇਤਾ ਨਹੀਂ, ਉਹੋ ਜੀ ਪੁਲਿਸ ਹੈ, ਸਭ ਦੀ ਮਿਲੀ ਭੁਗਤਾ। ਇਸੇ ਕਰਕੇ ਤਾਂ ਸੂਬੇ ਦੇ ਹਾਲਾਤ ਖਰਾਬ ਹੋਏ ਪਏ ਨੇ। ਇਸੇ ਕਰਕੇ ਤਾਂ ਕੁੜੀਆਂ ਜਿਹੜੀਆਂ ਉਹ ਸੇਫ ਨਹੀਂ ਖੜ ਸਕਦੀਆਂ ਕਿਸੇ ਸੜਕ ਦੇ ਉੱਤੇ। ਇਸੇ ਕਰਕੇ ਤਾਂ ਭਰੂਣ ਹੱਤਿਆਵਾਂ ਹੁੰਦੀਆਂ ਨੇ। ਇਸੇ ਕਰਕੇ ਸਾਰਾ ਕੁਝ ਹੁੰਦਾ ਕਿਉਂਕਿ ਇਹ ਆਪਣਾ ਕੰਮ ਸਹੀ ਤਰੀਕੇ ਨਹੀਂ ਕਰਦੇ। ਬਿਲਕੁਲ ਸਹੀ। ਔਰ ਜਿੱਦਣ ਕਿਸੇ ਲੀਡਰ ਦਾ ਘਰ ਉਸ ਖੇਤਰ ਦੇ ਵਿੱਚ ਬਣ ਗਿਆ ਨਾ, ਜਿੱਥੇ ਇਸ ਵੇਲੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ, ਉਦੋਂ ਉੱਥੇ ਬਿਲਕੁਲ ਸਾਰਾ ਕੁਝ ਠੀਕ ਹੋ ਜਾਣਾ, ਕਿਉਂਕਿ ਨੇਤਾ ਜੀ ਨੇ ਫਿਰ ਲੰਘਣਾ ਵੀ ਹੋਏਗਾ ਨਾ, ਤੇ ਉਹ ਪਾੜ ਕਿਵੇਂ ਪਾਰ ਕਰਨਗੇ, ਉਹ ਕਿਵੇਂ ਆਪਣੇ ਘਰ ਦੇ ਵਿੱਚ ਪਾਣੀ ਭਰਿਆ ਵੇਖ ਸਕਦੇ ਨੇ। ਸੋ ਖੈਰ, ਰੱਬ ਸਮੱਤ ਬਖਸ਼ੇ ਜੀ ਇਹਨਾਂ ਅਧਿਕਾਰੀਆਂ ਨੂੰ, ਇਹਨਾਂ ਲੋਕਾਂ ਨੂੰ ਜਿਹੜੇ ਕਦੇ ਵੀ ਇਨਸਾਨੀਅਤ ਨੂੰ ਆਪਣੇ ਅੱਖੀ ਨਹੀਂ ਵੇਖਦੇ। ਬਾਕੀ ਫਿਲਹਾਲ ਆਪਾਂ ਗੱਲਾਂ ਬਾਤਾਂ ਅੱਗੇ ਵਧਾਈਏ। ਜੀ, ਇਨਸਾਨੀਅਤ ਦੀ ਗੱਲ ਕੀਤੀ ਹੈ ਮੈਂ, ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਇਹੋ ਜੀ ਕਿਹੜੀ ਘਟਨਾ ਅੱਜ ਆ ਗਈ ਸਾਹਮਣੇ? ਵੈਸੇ ਤਾਂ ਹਰ ਰੋਜ਼ ਹੀ ਆਉਂਦੀਆਂ ਰਹਿੰਦੀਆਂ ਨੇ। ਹੁਣ ਤਾਂ ਹੈਰਾਨੀ ਹੋਣੀ ਵੀ ਹਟ ਗਈ ਹੈ ਹਰਮਨ ਜੀ, ਹੁਣ ਤਾਂ ਦੁੱਖ ਹੋਣਾ ਵੀ ਹਟ ਗਿਆ। ਹੁਣ ਤਾਂ ਐ ਹੋ ਗਿਆ ਵੀ ਅਸੀਂ ਸਾਰੇ ਸੂਬੇ ਦੇ ਜਿਹੜੇ ਵਾਸੀ ਆ ਨਾ, ਅਸੀਂ ਆਦੀ ਹੋ ਚੁੱਕੇ ਹਾਂ ਇਹੋ ਜਿਹੀਆਂ ਖਬਰਾਂ ਸੁਣਨ ਦੇ, ਤੇ ਸਾਨੂੰ ਹੁਣ ਦੁੱਖ ਤਕਲੀਫ ਹੋਣਾ ਵੀ ਹਟ ਗਿਆ ਹੈ। ਕੁਸਮ ਜੀ, ਪਹਿਲਾਂ ਇਹ ਖਬਰਾਂ ਜਿਹੜੀਆਂ ਨੇ ਉਹ ਅਖਬਾਰਾਂ ਦੇ ਵਿੱਚ ਇੰਨੀ ਥਾਂ ਲੈਂਦੀਆਂ ਨੇ, ਫਿਰ ਹੌਲੀ ਹੌਲੀ ਇੰਨੀ ਹੋ ਜਾਂਦੀ ਹੈ, ਫਿਰ ਇੰਨੀ ਹੋ ਜਾਂਦੀ ਹੈ, ਫਿਰ ਕੋਨੇ ਤੇ ਇੱਕ ਛੋਟੀ ਜਿਹੀ ਖਬਰ ਲੱਗਦੀ ਹੈ ਇਹੋ ਜਿਹੀ ਫਾਰਮੈਲਿਟੀ ਦੇ ਤੌਰ ਤੇ, ਜੀ, ਕਿ ਇਹ ਵੀ ਕੁਝ ਹੋ ਰਿਹਾ, ਕਿਉਂਕਿ ਅਸੀਂ ਇਹਨੂੰ ਅਪਣਾਉਣ ਲੱਗ ਗਏ ਵੀ ਹੁੰਦਾ ਭਾਈ ਇਹ ਤਾਂ ਸਾਡੇ ਵਾਪਰਦਾ। ਸੋ ਖੈਰ, ਜੇ ਮੈਂ ਜਿਹੜੀ ਖਬਰ ਦੀ ਗੱਲ ਕਰ ਰਹੀ ਹਾਂ ਉਧਰ ਨੂੰ ਮੂੰਹ ਕਰਨ ਤੋਂ ਪਹਿਲਾਂ ਜਾਂ ਉਧਰ ਨੂੰ ਰੁਖ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣੀ ਆ ਜੀ। ਕਹਿੰਦੇ ਇੱਕ ਵਾਰ ਇੱਕ ਗਲੀ ਦੇ ਵਿੱਚੋਂ ਇੱਕ ਔਰਤ ਨਿਕਲ ਰਹੀ ਸੀ ਤੇ ਸਾਹਮਣੇ ਕੁੱਤਿਆਂ ਦਾ ਇੱਕ ਝੁੰਡ ਖੜਾ ਸੀ। ਠੀਕ ਹੈ, ਇੱਕ ਗਲੀ ਚੋਂ ਇੱਕ ਔਰਤ ਨਿਕਲ ਰਹੀ ਸੀ, ਸਾਹਮਣੇ ਕੁੱਤਿਆਂ ਦਾ ਝੁੰਡ ਖੜਾ ਸੀ, ਤੇ ਔਰਤ ਉਹਨਾਂ ਨੂੰ ਵੇਖ ਕੇ ਡਰ ਗਈ। ਤੇ ਕੁੱਤਿਆਂ ਨੇ ਅੱਗੇ ਜਵਾਬ ਦਿੱਤਾ ਵੀ ਨਿਕਲ ਜਾਤੀ ਏ, ਅਸੀਂ ਕੁੱਤੇ ਆ, ਇਨਸਾਨ ਨਹੀਂ ਜੋ ਤੈਨੂੰ ਨੋਚ ਕੇ ਖਾਵਾਂਗੇ। ਔਰ ਜਿਹੜੀ ਖਬਰ ਮੈਂ ਲੈ ਕੇ ਆਈ ਹਾਂ ਇਹ ਵੀ ਕੁਛ ਏਦਾਂ ਹੀ ਹੈ ਵੀ ਕੁੱਤੇ ਨੇ ਆਪਣੀ ਇਨਸਾਨੀਅਤ ਦਿਖਾਤੀ, ਪਰ ਇਨਸਾਨ ਦੇ ਅੰਦਰਲੀ ਇਨਸਾਨੀਅਤ ਮਰ ਗਈ। ਇਹ ਉਹਦਾ ਜਿਉਂਦਾ ਜਾਗਦਾ ਸਬੂਤ ਹੈ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਕੈਥਲ ਦੇ ਵਿੱਚ ਡੋਗਰਾ ਗੇਟ ਇੱਕ ਜਗ੍ਹਾ ਹੈ, ਉੱਥੋਂ ਦੀ ਇਹ ਖਬਰ ਸਾਹਮਣੇ ਆਈ ਹੈ, ਜਿੱਥੇ ਕਹਿੰਦੇ ਪਿਛਲੇ ਦਿਨੀ ਨਾ ਇੱਕ ਵੀਡੀਓ ਵੀ ਉਹ ਜਿਹੜੀ ਉਹ ਬਹੁਤ ਅੱਗੇ ਵੱਧ ਰਹੀ ਹੈ। ਉਹ ਇੱਕ CCTV ਕੈਮਰੇ ਦੀ ਫੁਟੇਜ ਹੈ, ਜਿਹਦੇ ਵਿੱਚ ਸਵੇਰੇ 4 ਵਜੇ ਦਾ ਟਾਈਮ ਹੈ, ਤੇ ਇੱਕ ਔਰਤ ਆਉਂਦੀ ਹੈ, ਉਹਦੇ ਹੱਥ ਦੇ ਵਿੱਚ ਇੱਕ ਪੋਲੀਥਿਨ ਹੈ, ਤੇ ਉਸ ਪੋਲੀਥਿਨ ਨੂੰ ਇੱਕ ਨਾਲੇ ਦੇ ਵਿੱਚ ਸੁੱਟ ਦਿੰਦੀ ਹੈ। ਅੱਛਾ,
ਨਾਲੇ ਦੇ ਵਿੱਚ ਸੁੱਟਣ ਤੱਕ ਦੀ ਵੀਡੀਓ ਤਾਂ ਹੈਗੀ ਆ, ਪਰ ਅਸਲ ਕਹਾਣੀ ਉਹਦੇ ਪਿੱਛੇ ਦੀ ਇਹ ਹੈ ਕਿ ਇੱਕ ਔਰਤ ਸਵੇਰੇ 4 ਵਜੇ ਆਪਣੀ ਨਵ ਜੰਮੀ ਧੀ ਨੂੰ ਉਹਨੇ ਪੋਲੀਥੀਨ ਦੇ ਵਿੱਚ ਬੰਦ ਕੀਤਾ ਤੇ ਇੱਕ ਨਾਲੇ ਦੇ ਵਿੱਚ ਸੁੱਟ ਗਈ। ਜਦੋਂ ਉਹ ਨਾਲੇ ਦੇ ਵਿੱਚ ਸੁੱਟ ਗਈ ਤਾਂ ਦੂਰ ਇੱਕ ਕੁੱਤਾ ਘੁੰਮ ਰਿਹਾ ਸੀ। ਉਹ ਕੁੱਤੇ ਨੇ ਵੇਖਿਆ ਵੀ ਔਰਤ ਵਿੱਚ ਨਾਲੇ ਦੇ ਕੋਲ ਸੁੱਟ ਕੇ ਗਈ ਹੈ। ਉਹ ਭੱਜਿਆ ਨਾਲੇ ਵੱਲ ਨੂੰ ਆਇਆ ਤੇ ਉਹਨੇ ਉਸ ਪੋਲੀਥੀਨ ਨੂੰ ਮੂੰਹ ਦੇ ਨਾਲ ਬਾਹਰ ਖਿੱਚ ਲਿਆ। ਜਦੋਂ ਉਹਨੇ ਬਾਹਰ ਖਿੱਚ ਲਿਆ ਤੇ ਉਹ ਬੱਚੀ ਜਿਹੜੀ ਉਹ ਰੋਣ ਲੱਗ ਗਈ ਤੇ ਕੁੱਤਾ ਉੱਚੀ ਉੱਚੀ ਭੌਂਕਣ ਲੱਗ ਗਿਆ। ਜਦੋਂ ਕੁੱਤਾ ਭੌਂਕਣੋਂ ਨਾ ਹਟਿਆ, ਭੌਂਕੀ ਗਿਆ ਤਾਂ ਜਿਹੜਾ ਕੋਈ ਨੇੜੇ ਘਰ ਸੀ ਨਾ, ਉੱਥੋਂ ਇੱਕ ਬੰਦਾ ਬਾਹਰ ਆਇਆ। ਉਹਨੇ ਵੇਖਿਆ ਵੀ ਕੁੱਤਾ ਕਿਉਂ ਭੌਂਕੀ ਜਾ ਰਿਹਾ ਹਨਾ। ਜਦੋਂ ਬਾਹਰ ਆਇਆ ਤਾਂ ਉਹਨੂੰ ਨਿਆਣੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਇੰਨੀ ਦੇਰ ਨੂੰ ਉਹਨੇ ਆਪਣੇ ਆਂਢ ਗੁਆਂਢ ਜਿਹੜੇ ਲੋਕ ਸੀ ਉਹਨਾਂ ਨੂੰ ਇਕੱਠਿਆ ਕੀਤਾ ਤੇ ਸਾਰਿਆਂ ਜੋ ਜਾ ਕੇ ਵੇਖਿਆ ਤਾਂ ਉਸ ਪੋਲੀਥੀਨ ਦੇ ਵਿੱਚ ਇੱਕ ਨਵ ਜੰਮੀ ਬੱਚੀ ਸੀ। ਔਰ ਉਸ ਤੋਂ ਬਾਅਦ ਉਸ ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਆਈ ਤੇ ਫਿਰ ਉਸ ਬੱਚੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਇਹ ਪਤਾ ਲੱਗਿਆ ਕਿ ਕੁਝ ਘੰਟਿਆਂ ਪਹਿਲਾਂ ਹੀ ਉਸ ਬੱਚੀ ਦਾ ਜਨਮ ਹੋਇਆ ਸੀ ਤੇ ਉਹਦੀ ਮਾਂ ਹੀ ਉਹਨੂੰ ਸੁੱਟ ਗਈ ਜੀ, ਵੀ ਉਹ ਧੀ ਸੀ। ਔਰ ਫਿਰ ਉਸ ਬੱਚੇ ਨੂੰ ਕਹਿੰਦੇ ਵੀ ਸਵੇਰੇ ਤੋਂ ਉਹਦੀ ਹਾਲਤ ਜਿਹੜੀ ਬਹੁਤ ਗੰਭੀਰ ਬਣੀ ਹੋਈ ਸੀ, ਜਿਸ ਦਿਨ ਉਹਨੂੰ ਭਰਤੀ ਕਰਵਾਇਆ। ਉਸ ਤੋਂ ਬਾਅਦ ਹੌਲੀ-ਹੌਲੀ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਹਾਲਤ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋਇਆ। ਫਿਰ ਉਹਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਤੇ ਹੁਣ ਬੱਚੀ ਥੋੜੀ ਠੀਕ ਹੈ। ਮੈਂ ਇਸ ਖਬਰ ਤੇ ਪ੍ਰਤੀਕਿਰਿਆ ਕੀ ਦੇਵਾਂ? ਮੈਂ ਉਦੋਂ ਦੀ ਉਹੀ ਸੋਚੀ ਜਾਂਦੀ ਹਾਂ ਕਿ ਮੈਂ ਕੀ ਬੋਲਾਂਗੀ, ਕੀ ਅਸੀਂ ਇਹਨਾਂ ਨੂੰ ਹਰ ਰੋਜ਼ ਇੱਥੇ ਬੈਠ ਕੇ ਸੰਦੇਸ਼ ਦੇ ਜਾਈਏ, ਕੀ ਅਸੀਂ ਸਮਝਾਈ ਜਾਈਏ ਵੀ ਸਾਡੇ ਸਮਝਾਏ ਦਾ, ਸਾਡੇ ਇੱਥੇ ਬੈਠ ਕੇ ਬੋਲੇ ਦਾ ਕੋਈ ਅਸਰ ਨਹੀਂ ਹੋ ਰਿਹਾ ਜੀ। ਅਸੀਂ ਫੇਲ ਹੋ ਗਏ ਆ ਲੋਕਾਂ ਤੱਕ ਸੰਦੇਸ਼ ਪਹੁੰਚਾਉਣ ਲਈ। ਅਸੀਂ ਫੇਲ ਹੋ ਗਏ ਆ। ਇਹਨਾਂ ਨੂੰ ਅਸੀਂ ਰੋਜ਼ ਖਬਰਾਂ ਇੱਥੇ ਪੜ੍ਹ ਕੇ ਸੁਣਾਈ ਦੀਆਂ ਵੀ ਧੀਆਂ ਆਹ ਕੁਛ ਕਰਦੀਆਂ ਨੇ, ਧੀਆਂ ਨੇ ਚੰਦਰਯਾਨ ਤੱਕ ਪਹੁੰਚ ਗਈਆਂ, ਧੀਆਂ ਪੁਲਾੜ ਤੱਕ ਪਹੁੰਚ ਗਈਆਂ, ਧੀਆਂ ਨੇ ਆਹ ਕਰਤਾ। ਉਹ ਸਾਰਾ ਕੁਛ ਇਹੋ ਜਿਹੇ ਇਨਸਾਨ ਫੇਲ ਕਰ ਦਿੰਦੇ ਨੇ ਜਦੋਂ ਇਹੋ ਜਿਹੀਆਂ ਖਬਰਾਂ ਫਿਰ ਤੋਂ ਸਾਡੇ ਸਾਹਮਣੇ ਆਉਂਦੀਆਂ। ਬਿਲਕੁਲ, ਮੈਂ ਕੁਸਮ ਜੀ ਬੜੀ ਨਾ ਹੈਰਾਨ ਹੁੰਨੀ ਆ। ਕਈ ਵਾਰੀ ਕੁਝ ਇੱਕ ਲੋਕ ਗੱਲਾਂ ਕਰਦੇ ਕੰਨੀ ਉਹਨਾਂ ਦੀ ਆਵਾਜ਼ ਪੈਂਦੀ ਹੈ ਵੀ ਜਦੋਂ ਕੋਈ ਧੀ ਗਲਤ ਕੰਮ ਕਰਦੀ ਹੈ ਤੇ ਫਿਰ ਲੋਕ ਫੱਟ ਕਹਿੰਦੇ ਨੇ ਵੀ ਇਹਨਾਂ ਗੱਲਾਂ ਕਰਕੇ ਲੋਕੀ ਧੀ ਜੰਮਣ ਤੋਂ ਡਰਦੇ ਨੇ, ਕਹਿੰਦੇ ਨੇ ਨਾ। ਤੇ ਜਦੋਂ ਧੀ ਚੰਦਰਯਾਨ ਦੇ ਮਿਸ਼ਨ ਦੇ ਵਿੱਚ ਸਹਾਇਤਾ ਕਰਦੀ ਹੈ, ਜਦੋਂ ਧੀ ਜਿਹੜੀ ਹੈ ਉਹ ਆਸਮਾਨ ਵੀ ਉਹਦੀ ਕਾਮਯਾਬੀ ਅੱਗੇ ਛੋਟਾ ਪੈ ਜਾਂਦਾ, ਜਦੋਂ ਧੀ ਜਿਹੜੀ ਹੈ ਉਹ ਹਰ ਇੱਕ ਫੀਲਡ ਦੇ ਵਿੱਚ, ਹਰ ਇੱਕ ਖੇਤਰ ਦੇ ਵਿੱਚ ਮੋਹਰੇ ਨਿਕਲਦੀ ਹੈ। ਕੀ ਗੱਲ, ਉਹ ਧੀਆਂ ਵੇਖ ਕੇ ਤਾਂ ਸਾਨੂੰ ਕੋਈ ਸਿੱਖਿਆ ਨਹੀਂ ਮਿਲੀ ਹੈ ਨਾ ਵੀ ਅਸੀਂ ਨੈਗੇਟਿਵਿਟੀ ਵੱਲ ਨੂੰ ਜਾਂਦੇ ਆ, ਅਸੀਂ ਨਕਾਰਾਤਮਕਤਾ ਵੱਲ ਨੂੰ ਜਾਂਦੇ ਆ। ਜੇ ਸਾਨੂੰ ਉਦਾਹਰਨਾਂ ਵੀ ਅਸੀਂ ਦੇਣੀਆਂ ਹੋਣ ਨਾ, ਲੈ ਉਹ ਫਲਾਨੀਆਂ ਦੀ ਧੀ ਨੇ ਐਂ ਕਰਤਾ ਸੀ, ਉਸ ਕੁੜੀ ਨੇ ਐਂ ਕਰਤਾ ਸੀ, ਖਬਰਾਂ ਦੇਖ ਲਓ, ਨਿੱਤ ਰੇਪ ਹੁੰਦੇ ਨੇ, ਨਿੱਤ ਇਹ ਭੱਜ ਜਾਂਦੀਆਂ ਨੇ, ਇਹ ਆਪਦੇ ਵਿਆਹ ਕਰਾ ਲੈਂਦੀਆਂ ਨੇ, ਤੇ ਕੀ ਗੱਲ ਆਹ ਖਬਰਾਂ ਨਹੀਂ ਪੜ੍ਹ ਹੁੰਦੀਆਂ? ਪੋਜ਼ਿਟਿਵਿਟੀ ਵੱਲ ਨੂੰ ਨਹੀਂ ਜਾ ਸਕਦੇ ਅਸੀਂ? ਗੱਲ ਤਾਂ ਉਹੀ ਹੈ ਨਾ ਵੀ ਅਸੀਂ ਜਿੰਨਾ ਕੁ ਆਪਣੇ ਮਨ ਨੂੰ ਧਰਵਾਸਾ ਦੇ ਸਕਦੇ ਹਾਂ ਉਨਾ ਕੁ ਧਰਵਾਸ ਦੇਣ ਦੇ ਲਈ ਉਹੋ ਜਿਹੀਆਂ ਖਬਰਾਂ ਅਸੀਂ ਲੱਭ ਲੈਂਦੇ ਹਾਂ। ਪਰ ਗੱਲ ਉਹੀ, ਫਿਰ ਮੈਂ ਉੱਥੇ ਹੀ ਆਉਣੀ ਆ ਵੀ ਕੁੱਤੇ 'ਚ ਇਨਸਾਨੀਅਤ ਜਿਉਂਦੀ ਹੈ, ਸਾਡੇ ਇਨਸਾਨਾਂ 'ਚ ਮਰ ਗਈ ਹੈ। ਜੀ। ਔਰ ਮੈਂ ਇੱਕ ਗੱਲ ਹੋਰ ਸੋਚ ਰਹੀ ਹਾਂ ਹਰਮਨ ਜੀ, ਕਿ ਉਸ ਧੀ ਨੂੰ ਪਾਲਣ ਲਈ ਕਿੰਨੀ ਕੁ ਔਕੜ ਆ ਜਾਂਦੀ, ਇੱਕ ਮਾਂ ਨੂੰ ਕਿੰਨੀ ਕੁ ਔਕੜ ਆ ਜਾਂਦੀ ਵੀ ਪਰਿਵਾਰ ਨੂੰ ਜਵਾਬ ਦੇਣਾ ਪੈਂਦਾ ਹਨਾ, ਜਾਂ ਪਰਿਵਾਰ ਨਹੀਂ ਮੰਨਿਆ ਉਹਨੇ ਤਾਂ ਸੁੱਟ ਗਈ, ਜਾਂ ਕੋਈ ਵੀ ਕਾਰਨ ਰਿਹਾ, ਪਰ ਇੰਨੀ ਵੀ ਔਕੜ ਨਹੀਂ ਸੀ ਆਉਣੀ ਵੀ ਜੇ ਉਹਨੂੰ ਬਚਾ ਲਿਆ ਜਾਂਦਾ, ਉਹਦੇ ਨਾਲ ਲਾਡ ਪਿਆਰ ਪੈ ਜਾਂਦਾ, ਉਹ ਕੋਈ ਬਖਸ਼ ਬਣ ਜਾਂਦੀ ਵੱਡੀ ਹੋ ਕੇ, ਤਾਂ ਕਿੰਨਾ ਵਧੀਆ ਹੋ ਜਾਂਦਾ। ਸੋ ਅਸੀਂ ਇਹ ਨਹੀਂ ਸੋਚਦੇ ਵੀ ਇਹਨੂੰ ਅੱਜ ਔਕੜ ਨਾਲ ਪਾਲ ਲੈਣੀ ਆ, ਮੈਨੂੰ ਵਧੀਆ ਬਣਾਉਂਗੀ ਤਾਂ ਇੱਕ ਮਿਸਾਲ ਬਣੂਗੀ। ਅਸੀਂ ਇੱਥੋਂ ਤੱਕ ਕਿਉਂ ਨਹੀਂ ਸੋਚਦੇ? ਕਦੇ ਵੀ ਨਹੀਂ ਸੋਚਦੇ। ਅਸੀਂ ਇਹ ਸੋਚਣਾ ਹੀ ਨਹੀਂ ਚਾਹੁੰਦੇ ਹਨਾ। ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਸਾਹਮਣੇ ਨਜ਼ਰ ਆਉਣ ਲੱਗ ਜਾਂਦੀਆਂ ਨੇ ਜਦੋਂ ਇੱਕ ਧੀ ਦੀ ਗੱਲ ਆਉਂਦੀ ਹੈ, ਜਦੋਂ ਜਦੋਂ ਅਸੀਂ ਲੜਨਾ ਸ਼ੁਰੂ ਕਰ ਦਿੰਦੇ ਹਾਂ, ਉਹ ਸਮੱਸਿਆਵਾਂ ਛੋਟੀਆਂ ਵੀ ਤਾਂ ਹੋ ਸਕਦੀਆਂ ਨੇ ਨਾ। ਉਸੇ ਧੀ ਨੇ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਵੀ ਆ ਕੱਲ ਨੂੰ, ਵੀ ਮੇਰੀ ਮਾਂ ਨਾਲ ਤੁਸੀਂ ਆਹ ਕੁਛ ਕਰਦੇ ਰਹੇ ਆ, ਜਾਂ ਉਹਨੂੰ ਤੁਸੀਂ ਮਜਬੂਰ ਕੀਤਾ, ਮੈਂ ਖੜੀ ਆ। ਅਸੀਂ ਇੰਨੀ ਦੂਰ ਤੱਕ ਕਿਉਂ ਨਹੀਂ ਸੋਚਦੇ? ਕਦੇ ਵੀ ਨਹੀਂ। ਅਸੀਂ ਤੁਸੀਂ ਵੇਖੋ ਵੀ ਇਹ ਗੱਲਾਂ, ਜਦੋਂ ਮੈਂ ਇਦਾਂ ਦੀਆਂ ਖਬਰਾਂ ਪੜ੍ਹਦੀ ਹਾਂ ਤਾਂ ਮੈਨੂੰ ਇਹ ਗੱਲਾਂ ਸਿੱਧ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਕਿ ਔਰਤ ਹੀ ਔਰਤ ਦੀ ਦੁਸ਼ਮਣ ਆ। ਤੁਸੀਂ ਦੇਖੋ, ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਇੱਕ ਮਾਂ ਆਪਣੇ ਬੱਚਿਆਂ ਨਾਲ ਵਿਤਕਰਾ ਕਿਵੇਂ ਕਰ ਸਕਦੀ ਹੈ? ਉਹਦੇ ਲਈ ਤਾਂ ਬੱਚਾ ਹੈ ਨਾ। ਉਹਨੇ ਕੁੜੀ ਧੀ ਨੂੰ ਵੀ 9 ਮਹੀਨੇ ਆਪਣੀ ਕੁੱਖ 'ਚ ਰੱਖਣਾ ਹੈ, ਉਹਨੇ ਪੁੱਤ ਨੂੰ ਵੀ 9 ਮਹੀਨੇ ਕੁੱਖ 'ਚ ਰੱਖਣਾ ਹੈ। ਉਹਦੇ ਲਈ ਤਾਂ ਬੱਚਾ ਹੀ ਹੈ। ਤੁਸੀਂ ਵਿਤਕਰਾ ਕਿਵੇਂ ਕਰ ਸਕਦੇ ਹੋ? ਮੈਨੂੰ ਇਹ ਸਮਝ ਨਹੀਂ ਆਈ। ਪਰ ਮੈਂ ਉਹਨਾਂ ਲੋਕਾਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦੀ ਹਾਂ ਵੀ ਉਸ ਕੁੱਤੇ ਤੋਂ ਕੁਝ ਸਿੱਖੋ। ਸ਼ਾਇਦ ਤੁਹਾਡੇ ਅੰਦਰ ਮਰੀਆਂ ਹੋਈਆਂ ਜਿਹੜੀਆਂ ਜ਼ਮੀਰਾਂ ਨੇ, ਜਿਹੜੇ ਮਰੇ ਹੋਏ ਤੁਹਾਡੇ ਕਹਿ ਲਓ ਵੀ ਆਤਮਾ ਤੁਹਾਡੀ ਮਰ ਚੁੱਕੀ ਹੈ, ਜਿਹੜੇ ਤੁਹਾਡੇ ਅੰਦਰ ਇਨਸਾਨੀਅਤ ਮਰ ਚੁੱਕੀ ਹੈ, ਸ਼ਾਇਦ ਉਹ ਜਿਉਂਦੀ ਹੋ ਜਾਵੇ। ਅਸੀਂ ਕੁੱਤੇ ਨੂੰ ਦੁਰਕਾਰਦੇ ਆ, ਉਹਨੂੰ ਰੋੜੇ ਮਾਰਦੇ ਆ ਵੀ ਭੱਜ ਜਾ। ਪਰ ਇਹ ਅੱਜ ਦਾ ਸਮਾਂ ਇਹੋ ਜਿਹਾ ਸਮਾਂ ਆ ਗਿਆ ਜਦੋਂ ਅਸੀਂ ਇਨਸਾਨ ਦੇ ਅੰਦਰ ਉਹ ਗੁਣ ਨਹੀਂ ਸਾਨੂੰ ਲੱਭ ਸਕਦੇ ਜਿਹੜੇ ਇੱਕ ਜਾਨਵਰ ਦੇ ਅੰਦਰ ਲੱਭਦੇ ਪਏ ਨੇ। ਜੀ। ਸੋ ਖੈਰ, ਆਪਾਂ ਅੱਗੇ ਵਧੀਏ। ਜੀ।
ਮੈਂ ਤਾਂ ਸਦਮੇ 'ਚ ਹੀ ਚਲੇ ਗਈ। ਮੈਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਸੀਗਾ ਵੀ ਮੈਂ ਪ੍ਰਤੀਕਿਰਿਆ ਕੀ ਦੇਵਾਂ, ਮੈਂ ਅਗਲੀ ਖਬਰ ਸਾਂਝੀ ਕਰਾਂ, ਕੀ ਕਰਾਂ, ਕਿਉਂਕਿ ਇਹ ਖਬਰਾਂ ਇਹੋ ਜਿਹੀਆਂ ਨੇ ਵੀ ਜਿਹੜੀਆਂ ਸਾਨੂੰ ਧੁਰੰਦਰ ਤੱਕ ਹਿਲਾ ਦਿੰਦੀਆਂ ਨੇ। ਸ਼ਾਇਦ ਦਰਸ਼ਕਾਂ ਨੂੰ ਲੱਗਦਾ ਹੋਣਾ ਵੀ ਇੱਥੇ ਬੈਠ ਕੇ ਗੱਲਾਂ ਕਰਦੀਆਂ ਨੇ, ਚਲੀਆਂ ਜਾਂਦੀਆਂ ਨੇ, ਪਰ ਜੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਾਂ ਵੀ ਅਸੀਂ ਕਈ ਵਾਰੀ ਪੂਰਾ ਦਿਨ ਇਹਨਾਂ ਖਬਰਾਂ ਨੂੰ ਵਿਚਾਰ ਕੇ, ਇਹਨਾਂ ਬਾਰੇ ਸੋਚ ਕੇ ਰੋਈਦਾ ਹੈ ਕਿ ਆ ਕੀ ਕੁਝ ਹੋ ਰਿਹਾ ਪੰਜਾਬ ਦੇ ਵਿੱਚ, ਤੇ ਅਸੀਂ ਤੁਹਾਡੇ ਸਾਹਮਣੇ ਆ ਕੇ ਆ ਖਬਰਾਂ ਕਿਵੇਂ ਪੇਸ਼ ਕਰੀਏ। ਬਿਲਕੁਲ ਸੋ ਸਾਡੇ ਵੀ ਬਹੁਤ ਬੁਰੇ ਹਾਲਾਤ ਹੁੰਦੇ ਨੇ। ਸੋ ਇੱਥੇ ਇੱਕ ਵਕਫਾ ਲੈ ਲੈਂਦੇ ਆ ਜੀ, ਬਾਕੀ ਦੀਆਂ ਗੱਲਾਂ ਉਸ ਤੋਂ ਬਾਅਦ ਜਾਰੀ ਕਰਾਂਗੇ। ਕੁਸਮ ਜੀ, ਆਪਾਂ ਜਿਹੜੀਆਂ ਗੱਲਾਂ ਕਰ ਰਹੇ ਸੀ, ਤੁਸੀਂ ਵੇਖੋ ਮੇਰੇ ਜ਼ਿਹਨ ਦੇ ਵਿੱਚ ਨਾ ਇੱਕਦਮ ਖਿਆਲ ਆਇਆ ਵੀ ਇਹ ਉਸ ਕੈਥਲ ਦੀ ਗੱਲ ਹੈ, ਉਸ ਹਰਿਆਣੇ ਦੀ ਗੱਲ ਹੈ ਜਿੱਥੋਂ ਦੀਆਂ ਖਿਡਾਰਨਾਂ ਨੇ ਕਮਾਲ ਕੀਤਾ, ਜਿੱਥੋਂ ਦੀਆਂ ਕੁੜੀਆਂ ਜਿਹੜੀਆਂ ਨੇ ਉਹ ਕਿੰਨੀਆਂ ਮੋਹਰੇ, ਚਾਹੇ ਉਹ ਕੁਸ਼ਤੀ ਹੋਏ, ਚਾਹੇ ਉਹ ਜਿਹੜੀ ਮਰਜ਼ੀ ਖੇਡ ਹੋਏ, ਉਹਨਾਂ ਕੁੜੀਆਂ ਨੇ ਉਸ ਹਰਿਆਣੇ ਦਾ ਕਿੰਨਾ ਨਾਂ ਰੌਸ਼ਨ ਕੀਤਾ। ਤੇ ਉੱਥੇ ਰਹਿ ਕੇ ਵੀ ਔਰਤਾਂ ਨੂੰ ਹਾਲੇ ਤੱਕ ਸਮਝ ਨਹੀਂ ਆ ਰਹੀ ਵੀ ਇੱਕ ਧੀ ਦੀ ਅਹਿਮੀਅਤ ਕੀ ਹੁੰਦੀ ਹੈ। ਉੱਥੇ ਦੀਆਂ ਕੁੜੀਆਂ ਨੂੰ ਧਾਕੜ ਕਿਹਾ ਜਾਂਦਾ ਹੈ, ਉਹਨਾਂ ਨੂੰ ਇੱਕ ਧਾਕੜ ਦਾ ਦਰਜਾ ਮਿਲ ਗਿਆ ਹੈ। ਤੇ ਇਹ ਕਿਹੜੀਆਂ ਔਰਤਾਂ ਨੇ, ਇਹ ਕਿੱਥੇ ਰਹਿੰਦੀਆਂ ਨੇ ਵੀ ਜਿਨ੍ਹਾਂ ਨੂੰ ਹਾਲੇ ਤੱਕ ਉਹ ਦਿਸੀਆਂ ਹੀ ਨਹੀਂ ਵੀ ਇਹ ਧਾਕੜ ਬੀਬੀਆਂ ਨੇ, ਮੈਂ ਵੀ ਆਪਦੀਆਂ ਕੁੜੀਆਂ ਨੂੰ ਇਹਨਾਂ ਵਰਗੀਆਂ ਬਣਾਉਣਾ, ਇਹ ਕਿੱਥੇ ਰਹਿੰਦੀਆਂ ਨੇ, ਇਹ ਸਮਝ ਨਹੀਂ ਆਈ ਸਾਨੂੰ ਜੀ। ਸੋ ਖੈਰ ਆਪਾਂ ਅਗਲੀਆਂ ਖਬਰਾਂ ਵੱਲ ਵਧੀਆਂ ਹੁਣ ਜੀ। ਅਗਲੀ ਖਬਰ ਵੀ ਹਰਮਨ ਜੀ ਕੋਈ ਪੋਜ਼ਿਟਿਵ ਨਹੀਂ ਹੈਗੀ, ਮੇਰਾ ਉਧਰ ਨੂੰ ਵੀ ਵਧਣ ਨੂੰ ਦਿਲ ਨਹੀਂ ਕਰ ਰਿਹਾ ਜੀ, ਪਰ ਕਿਉਂਕਿ ਗੱਲ ਤੇ ਕਰਨੀ ਪੈਣੀ ਹੈ। ਬਹੁਤ ਸਾਰੀਆਂ ਸਰਕਾਰ ਦੀਆਂ ਹਰਮਨ ਜੀ ਯੋਜਨਾਵਾਂ ਆਉਂਦੀਆਂ ਨੇ ਜਿਹੜੀਆਂ ਕਿ ਲੋਕਾਂ ਤੱਕ ਪਹੁੰਚ ਨਹੀਂ ਪਾਉਂਦੀਆਂ, ਉਹਨਾਂ ਬਾਰੇ ਜਾਣਕਾਰੀ ਨਹੀਂ ਮਿਲ ਪਾਉਂਦੀ। ਇਹੋ ਜਿਹੀ ਇੱਕ ਯੋਜਨਾ ਹੈ, ਵੈਸੇ ਤਾਂ ਇਹ ਯੋਜਨਾ ਨਾ ਤਾਂ ਮੈਂ ਕਹਿੰਦੀ ਕਿਸੇ ਤੱਕ ਪਹੁੰਚੇ ਤੇ ਨਾ ਇਹਦਾ ਕਿਸੇ ਨੂੰ ਫਾਇਦਾ ਹੋਵੇ, ਕਿਉਂਕਿ ਮਤਲਬ ਨੌਬਤ ਹੀ ਨਾ ਆਵੇ ਕਿ ਕਿਸੇ ਨੂੰ ਇਸ ਯੋਜਨਾ ਦੀ ਲੋੜ ਪਏ ਜੀ। ਦਰਅਸਲ ਨਾ ਦਿੱਲੀ ਦੇ ਵਿੱਚ 2017-18 ਦੇ ਵਿੱਚ ਜਿਹੜੇ ਬੱਚਿਆਂ ਦੇ ਨਾਲ ਯੌਨ ਸ਼ੋਸ਼ਣ ਹੋਏ ਨੇ ਜਾਂ ਕੁਝ ਇਹੋ ਜਿਹੀਆਂ ਘਟਨਾਵਾਂ ਹੋਈਆਂ ਨੇ, ਉਹਨਾਂ ਦੇ 100 ਮਾਮਲੇ ਜਿਹੜੇ ਆ ਸਾਹਮਣੇ ਆਏ, ਔਰ 100 ਮਾਮਲਿਆਂ ਦਾ ਜਦੋਂ ਵਿਸ਼ਲੇਸ਼ਣ ਕੀਤਾ ਗਿਆ, ਜਦੋਂ ਇਹਨਾਂ ਤੇ ਵਿਚਾਰ ਚਰਚਾ ਕੀਤੀ ਗਈ, ਤਾਂ ਇਹ ਪਾਇਆ ਗਿਆ ਨਤੀਜਾ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਪੀੜਿਤ ਬੱਚੇ ਨੇ ਜਾਂ ਜਿਹੜੀਆਂ ਔਰਤਾਂ ਨੇ, ਉਹਨਾਂ ਨੂੰ ਜਿਹੜੀ ਪੀੜਿਤ ਮੁਆਵਜ਼ਾ ਯੋਜਨਾ ਹੈ ਸਰਕਾਰ ਵੱਲੋਂ ਚਲਾਈ ਗਈ, ਉਹਨਾਂ ਤੱਕ ਪਹੁੰਚ ਹੀ ਨਹੀਂ ਪਾਉਂਦੀ। ਸਿਰਫ 15% ਦੀ ਪੀੜਤਾਂ ਤੱਕ ਇਹ ਜਿਹੜੀ VCS ਜਿਹੜੀ ਇਹ ਯੋਜਨਾ ਹੈ ਇਹ ਪਹੁੰਚ ਪਾਉਂਦੀ ਹੈ, ਬਾਕੀ ਜਿਹੜੇ ਪੀੜਤ ਨੇ ਉਹ ਇਹਦੇ ਤੋਂ ਵਾਂਝੇ ਰਹਿ ਜਾਂਦੇ ਨੇ। ਅੱਛਾ। ਹਾਲਾਂਕਿ ਘੱਟੋ ਘੱਟ ਜਿਹੜਾ ਮੁਆਵਜ਼ਾ ਹੈ ਕਿਸੇ ਵੀ ਯੌਨ ਸ਼ੋਸ਼ਣ ਪੀੜਤ ਲਈ, ਕਿਸੇ ਵੀ ਬਲਾਤਕਾਰ ਪੀੜਤ ਲਈ, ਉਹ ਹੈ ਘੱਟੋ ਘੱਟ ਮੁਆਵਜ਼ਾ ਹੈ ਜੀ 3 ਲੱਖ ਰੁਪਏ, ਤੇ ਵੱਧ ਤੋਂ ਵੱਧ ਜਿਹੜਾ ਮੁਆਵਜ਼ਾ ਹੈ ਉਹ ਹੈ 7 ਲੱਖ ਰੁਪਏ। ਪਰ ਬਹੁਤਿਆਂ ਤੱਕ ਇਹ ਮੁਆਵਜ਼ਾ ਪਹੁੰਚ ਹੀ ਨਹੀਂ ਪਾਉਂਦਾ। ਇਹਨਾਂ ਨੇ ਅਧਿਐਨ ਕੀਤਾ, ਇਹ ਦਿੱਲੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਇਹ ਅਧਿਐਨ ਕੀਤਾ ਗਿਆ ਕਿ ਇਹ ਜਿਹੜੇ ਪੀੜਤ ਨੇ ਉਹਨਾਂ ਵਿੱਚੋਂ 94 ਜਿਹੜੀਆਂ ਕੁੜੀਆਂ ਪੀੜਤ ਨੇ ਉਹਨਾਂ ਦੀ, ਤੇ 6 ਜਿਹੜੇ ਮੁੰਡੇ ਪੀੜਤ ਨੇ ਉਹਨਾਂ ਦੀ ਇੱਕ ਇੰਟਰਵਿਊ ਕੀਤੀ ਗਈ, ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਗਈ, ਔਰ ਉਸ ਤੋਂ ਬਾਅਦ ਇਹ ਆંકੜੇ ਸਾਹਮਣੇ ਆਏ ਕਿ ਇਹਨਾਂ ਲੋਕਾਂ ਨੂੰ, ਬਹੁਤੇ ਲੋਕਾਂ ਨੂੰ ਇਸ ਜਾਣਕਾਰੀ ਬਾਰੇ, ਇਸ ਯੋਜਨਾ ਬਾਰੇ ਪਤਾ ਨਹੀਂ, ਤੇ ਜਿਨ੍ਹਾਂ ਨੂੰ ਪਤਾ ਵੀ ਹੈ ਉਹਨਾਂ ਨੂੰ ਇਹ ਮੁਆਵਜ਼ਾ ਮਿਲਿਆ ਨਹੀਂ। ਪਰ ਇਹਦੇ ਪਿੱਛੇ ਕਾਰਨ ਸਿਰਫ ਇਹੀ ਹੈ ਵੀ ਜਾਗਰੂਕਤਾ ਦੀ ਘਾਟ ਹੈ, ਜਾਗਰੂਕਤਾ ਦੀ ਵੀ ਕਮੀ ਹੈ, ਤੇ ਦੂਜਾ ਇਹ ਵੀ ਹੈ ਵੀ ਉਹ ਕਹਿੰਦੇ ਵੀ ਅਸੀਂ ਕਿੰਨੇ ਕੁ ਗੇੜੇ ਮਾਰ ਕੇ ਤਾਂ ਇਹ ਮੁਆਵਜ਼ਾ ਲਈਏ, ਤੇ ਅਸੀਂ ਉਹ, ਕਿਉਂਕਿ ਇਹ ਵੀ ਇੱਕ ਹੁੰਦਾ ਨਾ ਵੀ ਅਸੀਂ ਕਿਹੋ ਜਿਹਾ ਮੁਆਵਜ਼ਾ ਮੰਗਣ ਜਾ ਰਹੇ ਹਾਂ, ਵੀ ਇੱਕ ਤਾਂ ਸਾਡੇ ਧੀ ਪੁੱਤ ਨਾਲ ਆ ਜਿਹੜਾ ਕੰਮ ਹੋ ਗਿਆ, ਉਸ ਤੋਂ ਬਾਅਦ ਅਸੀਂ ਉਸ ਚੀਜ਼ ਦਾ ਮੁਆਵਜ਼ਾ ਮੰਗਣ ਜਾ ਰਹੇ ਹਾਂ, ਇੱਕ ਸੰਗ ਸ਼ਰਮ ਵੀ ਹੈ ਜੀ। ਬੰਦਾ ਬਾਰ-ਬਾਰ ਜਾ ਕੇ ਕੀ ਕਹੇ ਕਿ ਮੇਰਾ ਸ਼ੋਸ਼ਣ ਹੋਇਆ ਸੀ ਤੇ ਮੈਨੂੰ ਮੁਆਵਜ਼ਾ ਦੇ ਦਿਓ, ਬਾਰ-ਬਾਰ ਜਾ ਕੇ ਦੱਸੇ ਵੀ ਮੇਰੇ ਨਾਲ ਆ ਕੁਝ ਹੋਇਆ ਸੀ ਤੇ ਮੈਨੂੰ ਮੁਆਵਜ਼ਾ ਦੇ ਦਿਓ। ਮੈਂ ਇਸ ਲਈ ਕਹਿਣਾ ਵੀ ਇਹ ਯੋਜਨਾ ਤਾਂ ਪਹੁੰਚਣੀ ਨਹੀਂ ਚਾਹੀਦੀ ਜੀ, ਹਨਾ। ਕਿੰਨੀ ਅਜੀਬ ਗੱਲ ਹੈ ਕੁਸਮ ਜੀ, ਇਹ ਇਕੱਲੀ ਇੱਕ ਯੋਜਨਾ ਨਹੀਂ, ਵੈਸੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਯੋਜਨਾਵਾਂ ਨੇ ਜਿਹਦੇ ਬਾਬਤ ਜਾਂ ਤਾਂ ਲੋਕਾਂ ਨੂੰ ਪੂਰਨ ਤੌਰ ਦੇ ਉੱਪਰ ਜਾਣਕਾਰੀ ਨਹੀਂ ਹੈਗੀ, ਜੇ ਜਾਣਕਾਰੀ ਹੈਗੀ ਹੈ ਤਾਂ ਉਹਨਾਂ ਦੇ ਗੇੜੇ ਇੰਨੇ ਕੁ ਜ਼ਿਆਦਾ ਲਗਵਾ ਲਏ ਜਾਂਦੇ ਨੇ ਕਿ ਬੰਦਾ ਕਹਿੰਦਾ ਵੀ ਦਫਾ ਮਾਰੋ, ਮੈਨੂੰ ਕੋਈ ਫਾਇਦਾ ਚਾਹੀਦਾ ਹੀ ਨਹੀਂ। ਗੱਲ ਉਹੀ ਹੈ ਨਾ ਵੀ ਬੰਦਾ ਕਿੱਥੇ ਤੱਕ ਡੇਗੂਗਾ। ਪਹਿਲਾਂ ਤਾਂ ਉਹਨੂੰ ਉਦਾਂ ਸ਼ੋਸ਼ਣ ਹੋ ਗਿਆ ਉਹਦਾ, ਉਸ ਤੋਂ ਬਾਅਦ ਅਦਾਲਤਾਂ ਦੇ ਵਿੱਚ, ਕਚਹਿਰੀਆਂ ਦੇ ਵਿੱਚ ਸ਼ੋਸ਼ਣ ਕੀਤਾ ਜਾਂਦਾ, ਮੁੜ ਕੇ ਉਹ ਮੁਆਵਜ਼ਾ ਲੈਣ ਲਈ ਵੀ ਆਪਦਾ ਸ਼ੋਸ਼ਣ ਕਰਵਾਉਣ, ਤੇ ਉਹ ਕਿਉਂ ਜਾਣ? ਬਿਲਕੁਲ ਸਹੀ ਹੈ। ਇਹ ਫਰਵਰੀ 2012 ਦੇ ਵਿੱਚ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀਗੀ, ਪਰ ਬਹੁਤੇ ਲੋਕਾਂ ਤੱਕ ਇਹ ਪਹੁੰਚ ਨਹੀਂ ਪਾਈ। ਇਹਦਾ ਜਿਹੜਾ ਮੈਂ ਜਦੋਂ ਪਹਿਲਾਂ ਦੱਸਿਆ ਵੀ ਘੱਟੋ ਘੱਟ 3 ਲੱਖ ਹੈ ਤੇ ਵੱਧ ਤੋਂ ਵੱਧ ਹੈ 7 ਲੱਖ, ਪਰ ਜਿਨ੍ਹਾਂ ਨੂੰ ਮੁਆਵਜ਼ਾ ਹਰਮਨ ਜੀ ਮਿਲਿਆ ਵੀ ਹੈ ਨਾ, ਇਹ ਹੈਰਾਨੀ ਵਾਲੀ ਗੱਲ ਹੈ ਕਿ ਜਿਨ੍ਹਾਂ ਨੂੰ ਮੁਆਵਜ਼ਾ ਮਿਲਿਆ ਵੀ ਹੈ ਉਹਨਾਂ ਵਿੱਚੋਂ 10 ਪੀੜਤ ਇਹੋ ਜਿਹੇ ਨੇ ਜਿਨ੍ਹਾਂ ਨੂੰ 30 ਤੋਂ 50,000 ਮੁਆਵਜ਼ਾ ਮਿਲਿਆ। ਅੱਛਾ। 20% ਦੇ ਜਿਹੜੇ ਬੱਚੇ ਇਹੋ ਜਿਹੇ ਆ ਜਿਨ੍ਹਾਂ ਨੂੰ 20,000 ਤੱਕ ਮੁਆਵਜ਼ਾ ਮਿਲਿਆ। ਸਿਰਫ ਇੱਕ ਬੱਚਾ ਹੈ ਜਿਹਨੂੰ 50,000 ਮੁਆਵਜ਼ਾ ਮਿਲਿਆ, ਮਤਲਬ ਹੈ 3 ਲੱਖ ਤੋਂ 7 ਲੱਖ। ਹਾਂ, ਮੈਂ ਉਹੀ ਕਹਿਣ ਲੱਗੀ ਸੀ ਵੀ ਤੁਸੀਂ ਤਾਂ ਕਹਿ ਰਹੇ ਸੀ ਘੱਟ ਤੋਂ ਘੱਟ 3 ਲੱਖ ਤੇ ਵੱਧ ਤੋਂ ਵੱਧ 7 ਲੱਖ ਰੁਪਈਆ, ਪਰ 50,000 ਇਹ ਏਦਾਂ ਕਿਉਂ? ਬਾਕੀ ਤਾਂ ਪਤਾ ਹੀ ਨਹੀਂ ਲੱਗਾ ਵੀ ਕਿੱਥੇ ਗਿਆ ਤੇ ਕਿਹਨੂੰ ਮਿਲ ਗਿਆ।
ਸੁੱਖ ਨਾਲ ਆਪਣੇ ਤਾਂ ਇੱਥੇ ਰਿਵਾਜ ਇਹ ਵੀ ਹੈ ਨਾ ਵੀ ਪਹਿਲਾਂ ਇਹ ਕਿਹਾ ਜਾਂਦਾ ਵੀ ਠੀਕ ਹੈ ਮੁਆਵਜ਼ਾ ਤਾਂ ਤੈਨੂੰ ਕਰ ਦਿਆਂਗੇ ਕਾਗਜ਼ੀ ਕਾਰਵਾਈ, ਵਿੱਚੋਂ ਸਾਡਾ ਕਿੰਨਾ ਕੁ ਫਿਰ ਉਹ ਦੱਸ ਦਿਓ ਜੀ, ਹਨਾ। ਤੇ ਜਿਹੜਾ ਬੰਦਾ ਵਿਚਾਰਾ ਹੁਣ ਹੈ ਹੀ ਗਰੀਬੀ ਦਾ ਮਾਰਿਆ, ਗੁਰਬਤ ਦਾ ਮਾਰਿਆ, ਤੇ ਉਹਨੇ ਕੋਈ ਨਾ ਕੋਈ ਤਾਂ ਹੀਲਾ ਵਸੀਲਾ ਕਰਨਾ ਹੀ ਹੁੰਦਾ ਨਾ। ਬੰਦਾ ਕਹਿੰਦਾ ਵੀ ਮੇਰਾ ਖਹਿੜਾ ਛੱਡੋ, ਮੇਰਾ ਕੰਮ ਕਰ ਦਿਓ ਹਨਾ। ਪਰ ਇਹ ਪਤਾ ਨਹੀਂ ਲੋਕਾਂ ਨੂੰ ਇਹੋ ਜਿਹੇ ਪੈਸੇ ਵੀ ਕਿਵੇਂ ਪਚ ਜਾਂਦੇ ਨੇ, ਜਿਹੜੇ ਲੋਕ ਠੱਗੀ ਮਾਰ ਕੇ ਪੈਸਾ ਕਮਾਉਣਾ ਜਾਣਦੇ ਨੇ। ਮੈਨੂੰ ਇਹ ਨਹੀਂ ਸਮਝ ਆਈ ਵੀ ਅਸੀਂ ਸਭ ਤੋਂ ਵੱਧ ਧਾਰਮਿਕ ਦੇਸ਼ ਆ ਸਾਡਾ, ਸਭ ਤੋਂ ਵੱਧ ਅਸੀਂ ਕਹਿੰਦੇ 33 ਕਰੋੜ ਦੇਵੀ ਦੇਵਤਿਆਂ ਦਾ ਇਹ ਮੁਲਕ ਹੈ ਹਨਾ। ਤੇ ਉਸ ਤੋਂ ਇਲਾਵਾ ਕਿੰਨੇ ਡੇਰੇ, ਕਿੰਨੇ ਧਾਰਮਿਕ ਸਥਾਨ, ਕਿੰਨਾ ਕੁਛ ਹਨਾ, ਕਿੰਨੇ ਬਾਬੇ ਬੂਬਣੇ ਇੱਥੇ ਤੁਰੇ ਫਿਰਦੇ ਨੇ। ਜਿਹੜੇ ਨਕਲੀ ਸਾਧ ਨੇ ਉਹਨਾਂ ਦੀ ਵੀ ਜੇ ਆਪਾਂ ਗੱਲ ਕਰ ਲਈਏ ਤਾਂ ਉਹ ਵੀ ਕਿੰਨੇ ਤੁਰੇ ਫਿਰਦੇ ਨੇ। ਪਰ ਤਾਂ ਵੀ ਪਤਾ ਨਹੀਂ ਲੋਕਾਂ 'ਚ ਡਰ ਪਿਆ ਹੀ ਹੈ ਨਹੀਂ। ਸਰਕਾਰਾਂ ਕਹਿੰਦੀਆਂ ਵੀ ਅਸੀਂ ਹਰ ਇੱਕ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਆ। ਮੈਂ ਇਹ ਮੰਨਦੀ ਆ ਵੀ ਸਰਕਾਰਾਂ ਤਿਆਰ ਹੁੰਦੀਆਂ ਵੀ ਨੇ, ਯੋਜਨਾਵਾਂ ਬਣਦੀਆਂ ਵੀ ਨੇ, ਪਰ ਉਹ ਥੱਲੜੇ ਪੱਧਰ ਤੱਕ ਇੰਨੇ ਘਪਲੇ ਹੋ ਜਾਂਦੇ ਨੇ, ਇੰਨਾ ਭ੍ਰਿਸ਼ਟਾਚਾਰ ਫੈਲਿਆ ਹੋਇਆ, ਇੱਕ ਤੋਂ ਬਾਅਦ ਇੱਕ ਜਿਹੜੇ ਬੰਦੇ ਬੈਠੇ ਨੇ ਉਹਨਾਂ ਤੇ ਉੱਪਰ ਬੈਠੇ ਨੇ, ਥੱਲੇ ਬੈਠੇ ਨੇ, ਪਹੁੰਚਦਾ ਮੁਆਵਜ਼ਾ 5 ਲੱਖ ਤੋਂ 7 ਲੱਖ ਤੋਂ 50,000 ਰਹਿ ਜਾਂਦਾ। ਉਹਦਾ ਵੀ ਕਮਿਸ਼ਨ, ਫਲਾਣੇ ਦਾ ਵੀ ਕਮਿਸ਼ਨ, ਤੇ ਲੋਕ ਕਿੱਥੇ ਜਾਣ, ਕਿੱਥੇ ਜਾ ਕੇ ਦਰਖਾਸਤ ਦੇਣ ਆਪਣੀ। ਮੈਂ ਪੜ੍ਹ ਰਹੀ ਸੀਗੀ 2017-18 ਦੇ ਵਿੱਚ ਜਿਹੜੇ ਯੌਨ ਅਪਰਾਧਾਂ ਦੇ ਬੱਚਿਆਂ ਦੇ ਨਾਲ ਜਿਹੜਾ ਯੌਨ ਸ਼ੋਸ਼ਣ ਹੋਇਆ ਉਹਦੇ 932 ਕੇਸ ਸਾਹਮਣੇ ਆਏ 1 ਸਾਲ ਦੇ ਵਿੱਚ। ਉਹਨਾਂ ਦੇ ਵਿੱਚ 849 ਨਾਬਾਲਗ ਕੁੜੀਆਂ ਸੀ ਤੇ 83 ਮੁੰਡੇ ਸੀ। ਇਹਨਾਂ ਵਿੱਚੋਂ ਸਿਰਫ 77% ਇਹੋ ਜਿਹੇ ਜਿਹੜੇ ਬੱਚੇ ਨੇ ਜਿਨ੍ਹਾਂ ਤੱਕ ਕਾਨੂੰਨੀ ਸੇਵਾਵਾਂ ਪਹੁੰਚ ਸਕੀਆਂ। ਬਾਕੀ ਦੇ ਜਿਹੜੇ ਬੰਦੇ ਨੇ ਉਹਨਾਂ ਤੱਕ ਕਾਨੂੰਨੀ ਸੇਵਾਵਾਂ ਵੀ ਨਹੀਂ ਪਹੁੰਚ ਸਕੀਆਂ। ਮਤਲਬ ਉਹਨਾਂ ਦਾ ਮਾਮਲਾ ਵੀ ਨਹੀਂ ਕਿਤੇ ਦਰਜ ਹੋਇਆ, ਜੇ ਦਰਜ ਹੋਇਆ ਤਾਂ ਉਹਦੇ ਤੋਂ ਕੋਈ ਫੈਸਲਾ ਨਹੀਂ ਆਇਆ। ਪਰ ਇਹ ਇੱਕ ਚੰਗੀ ਗੱਲ ਹੈ ਵੀ ਘੱਟੋ ਘੱਟ 77% ਲੋਕਾਂ ਦੇ ਤਾਂ ਕਾਨੂੰਨੀ ਸੇਵਾਵਾਂ ਦੀ ਜਿਹੜੀ ਆ ਉਹਨਾਂ ਨੇ ਸੇਵਾ ਤੇ ਲਈ, ਉਹ ਉਹਨਾਂ ਨੇ ਪਹੁੰਚ ਤਾਂ ਕੀਤੀ। ਕੁਸਮ ਜੀ, ਸਾਡੇ ਮੁਲਕ ਦੇ ਵਿੱਚ ਸਭ ਤੋਂ ਇੱਕ ਜਿਹੜੀ ਮਾੜੀ ਗੱਲ ਆ ਉਹ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸ ਲਈ ਵੀ ਸ਼ਿਕਾਇਤ ਦਰਜ ਨਹੀਂ ਕਰਾਉਂਦੇ, ਮਾਮਲਾ ਜਿਹੜਾ ਉਹ ਸਾਹਮਣੇ ਨਹੀਂ ਲੈ ਕੇ ਆਉਂਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਪਹਿਲਾਂ ਤਾਂ ਇੱਕ ਉਹ ਸ਼ੋਸ਼ਣ ਹੋ ਗਿਆ ਹਨਾ, ਵੀ ਜਿਹੜਾ ਆਲਰੇਡੀ ਬੰਦਾ ਜਿਹਨੇ ਹੰਡਾਇਆ ਹੁੰਦਾ, ਜਿੱਚੋਂ ਨਿਕਲ ਰਿਹਾ ਹੁੰਦਾ ਉਸ ਟਾਈਮ ਫੇਸ ਚੋਂ ਹਨਾ, ਉਸ ਤੋਂ ਬਾਅਦ ਫਿਰ ਜਿੱਥੇ ਰਿਪੋਰਟ ਦਰਜ ਕਰਾਉਣ ਜਾਣੀ ਆ ਉਹਨਾਂ ਨੇ ਫਿਰ ਸ਼ੋਸ਼ਣ ਕਰਨਾ ਹੈ, ਤਰ੍ਹਾਂ ਦੇ ਸਵਾਲ ਪੁੱਛਣਗੇ ਹਨਾ, ਫਿਰ ਤੁਹਾਡੇ ਤੇ ਹੀ ਉਲਟਾ ਉਹ ਬਲੇਮ ਕਰ ਲੱਗ ਜਾਣਗੇ ਵੀ ਤੁਹਾਡੀ ਗਲਤੀ ਹੋਏਗੀ, ਇਹ ਹੋਏਗਾ, ਉਹ ਹੋਏਗਾ। ਉਸ ਤੋਂ ਬਾਅਦ ਕੋਰਟ ਕਚਹਿਰੀਆਂ ਦੇ ਕੇਸ, ਫਿਰ ਸਿਆਸੀ ਪ੍ਰੈਸ਼ਰ, ਫਿਰ ਪਤਾ ਨਹੀਂ ਕੀ ਕੁਛ ਹੁੰਦਾ ਹਨਾ। ਇਸੇ ਗੱਲ ਦਾ ਕਰਕੇ ਬਹੁਤ ਸਾਰੇ ਜਿਹੜੇ ਕੇਸ ਨੇ, ਸ਼ਿਕਾਇਤਾਂ ਨੇ, ਉਹ ਦੱਬੀਆਂ ਰਹਿ ਜਾਂਦੀਆਂ। ਬੰਦਾ ਕਹਿੰਦਾ ਵੀ ਇੱਕ ਥਾਂ ਤੇ ਤਾਂ ਇੱਜ਼ਤ ਉਛਲ ਗਈ, ਉਸ ਤੋਂ ਬਾਅਦ ਹੁਣ ਕਿੱਥੇ ਅਸੀਂ ਆਪਣੀ ਇੱਜ਼ਤ ਨੂੰ ਉਛਾਲਾਂਗੇ। ਤੁਸੀਂ ਜਿਹੜੀ ਗੱਲ ਕੀਤੀ ਵੀ ਕਿੱਥੇ ਆਪਣੀ ਇੱਜ਼ਤ ਉਛਾਲਾਂਗੇ, ਜਦੋਂ ਇੰਨੀ ਥਾਂ ਤੇ ਜਾ ਕੇ ਉਹ ਬੱਚਾ ਵੀ ਫੈਡ ਅਪ ਹੋ ਜਾਂਦਾ ਹੈ, ਉਹ ਕੁੜੀ ਵੀ ਫੈਡ ਅਪ ਹੋ ਜਾਂਦੀ ਹੈ, ਘਰ ਦੇ ਵੀ ਫੈਡ ਅਪ ਹੋ ਜਾਂਦੇ ਨੇ। ਫਿਰ ਇਹ ਇੱਕ ਸਰਕਾਰ ਵੱਲੋਂ ਇਹ ਵੀ ਹੈ ਕਿ ਉਹ ਇੱਕ ਤੁਹਾਨੂੰ ਮਨੋਵਿਗਿਆਨੀ ਵੀ ਮੁਹੱਈਆ ਕਰਵਾਉਂਦੇ ਨੇ ਵੀ ਉਹ ਤੁਹਾਡੇ ਬੱਚੇ ਦੀ ਕਾਉਂਸਲਿੰਗ ਕਰ ਸਕੇ, ਉਹਨੂੰ ਇਸ ਸਾਰੇ ਜੋ ਵੀ ਉਹਦੇ ਨਾਲ ਹੋਇਆ ਉਹਦੇ ਵਿੱਚੋਂ ਕੱਢ ਸਕੇ ਹਨਾ। ਪਰ ਉਹਦੇ ਵਿੱਚ ਵੀ ਇਹ ਆંકੜੇ ਦੱਸਦੇ ਨੇ, ਇਹ ਮੈਂ ਤੁਹਾਨੂੰ ਜਦੋਂ ਪਹਿਲਾਂ ਦੱਸਿਆ ਵੀ ਦਿੱਲੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਜਿਹੜੀ ਰਿਪੋਰਟ ਸਾਰੀ ਪੇਸ਼ ਕੀਤੀ ਗਈ ਆ, ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਜਿਹੜਾ ਮਨੋਵਿਗਿਆਨੀ ਅਸੀਂ ਦਿੰਨੇ ਆ ਬੱਚੇ ਨੂੰ, ਉਹਦੇ ਕੋਲ ਬੱਚੇ ਨੂੰ ਭੇਜਿਆ ਜਾਂਦਾ ਸਿਰਫ 4-5 ਦਿਨ। ਹਾਲਾਂਕਿ ਇਹ ਜਿਹੜਾ ਸਾਰੀ ਜਿਹੜੀ ਇਹ ਪ੍ਰਕਿਰਿਆ ਹੁੰਦੀ ਹੈ, ਇਹ ਘੱਟੋ ਘੱਟ ਇਹਨੂੰ ਮਹੀਨੇ ਤੋਂ 1.5 ਮਹੀਨਾ 2 ਮਹੀਨੇ ਵੀ ਲੱਗ ਸਕਦੇ ਨੇ ਕਿਸੇ ਬੱਚੇ ਨੂੰ ਉਹਦੀ ਮਾਨਸਿਕਤਾ ਵਿੱਚ ਸੁਧਾਰ ਕਰਨ ਲਈ। ਪਰ ਉਹਦੇ ਕੋਲ ਬੱਚੇ ਨੂੰ ਸਿਰਫ 4-5 ਦਿਨ ਭੇਜਿਆ ਜਾਂਦਾ ਤੇ ਮੁੜ ਕੇ ਫਿਰ ਮਾਂ-ਬਾਪ ਕਹਿ ਦਿੰਦੇ ਨਹੀਂ ਸਾਡੇ ਬੱਚੇ ਨੂੰ ਨਹੀਂ ਲੋੜ, ਠੀਕ ਆ, ਓਕੇ ਹੋ ਗਿਆ, ਜੋ ਹੋ ਗਿਆ, ਅਸੀਂ ਘਰ ਚੱਲੇ। ਮਤਲਬ ਉਹਨਾਂ ਬੱਚਿਆਂ ਨੂੰ ਉਸ ਚੀਜ਼ ਚੋਂ ਬਾਹਰ ਹੀ ਨਹੀਂ ਨਿਕਲਣ ਦਿੱਤਾ ਜਾ ਰਿਹਾ। ਕਿੰਨੀ ਮਾੜੀ ਗੱਲ ਹੈ। ਤੇ ਅਸੀਂ ਕਿੱਦਾਂ ਇਹ ਆਸ ਕਰ ਸਕਦੇ ਹਾਂ ਵੀ ਸਾਡੇ ਬੱਚੇ ਅੱਗੇ ਵਧਣਗੇ, ਸਾਡੇ ਬੱਚੇ ਵਿਗਿਆਨੀ ਬਣਨਗੇ? ਅਸੀਂ ਕਿੱਦਾਂ ਆਸ ਕਰ ਸਕਦੇ ਹਾਂ? ਇਹੋ ਜਿਹੇ ਸ਼ੋਸ਼ਣਾਂ ਦੇ ਵਿੱਚੋਂ ਬੱਚੇ ਬਾਹਰ ਨਿਕਲਣਗੇ ਤਾਂ ਕੁਝ ਬਣਨਗੇ। ਬਿਲਕੁਲ ਸਹੀ। ਅੱਗੇ ਤਾਂ ਅਸੀਂ ਕਹਿੰਦੇ ਹੁੰਦੇ ਸੀ ਵੀ ਧੀਆਂ ਨੂੰ ਬਾਹਰ ਨਾ ਕੱਢੋ, ਧੀਆਂ ਦੀ ਸਾਂਭ ਸੰਭਾਲ ਕਰਨੀ ਪੈਂਦੀ ਹੈ, ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸਾਨੂੰ ਕਦਮ ਚੁੱਕਣੇ ਚਾਹੀਦੇ ਨੇ। ਪਰ ਇੱਥੇ ਪੁੱਤ ਵੀ ਸੁਰੱਖਿਅਤ ਨਹੀਂ ਹੈਗੇ। ਉਹ ਕਿਹੜਾ 83 ਦੱਸੇ ਤੁਸੀਂ ਵੀ, 83 ਤਾਂ ਮੁੰਡੇ ਵੀ ਵਿੱਚ ਸ਼ਾਮਲ ਨੇ ਜਿਨ੍ਹਾਂ ਦੇ ਨਾਲ ਸ਼ੋਸ਼ਣ ਹੋਇਆ। ਸੋ ਕੋਈ ਵੀ ਸੁਰੱਖਿਅਤ ਨਹੀਂ ਹੈਗਾ ਇੱਥੇ ਹਨਾ। ਸੋ ਖੈਰ ਆਪਾਂ ਅਗਲੀ ਖਬਰ ਵੱਲ ਵਧੀਏ। ਜੀ ਹਰਮਨ ਜੀ, ਅਗਲੀ ਖਬਰ ਜਿਹੜੀ ਹੈ ਉਹ ਪੋਜ਼ਿਟਿਵ ਹੈ। ਸ਼ੁਕਰ ਕਰੋ ਕਿ ਇੱਕ ਪੋਜ਼ਿਟਿਵ ਖਬਰ ਆਈ ਹੈ। ਆਉਣ ਦਿਓ ਜੀ। ਪਰ ਇਹ ਪੰਜਾਬ ਤੋਂ ਨਹੀਂ ਹੈਗੀ, ਪੰਜਾਬ ਤੋਂ ਬਾਹਰ ਦੀ ਹੈ ਜੀ। ਆਪਾਂ ਗੱਲ ਕੀਤੀ ਬਲਾਤਕਾਰ ਜਿਨ੍ਹਾਂ ਬੱਚੀਆਂ ਨਾਲ ਹੁੰਦਾ, ਜਿਹੜੇ ਸ਼ੋਸ਼ਣ ਹੁੰਦੇ ਨੇ, ਔਰ ਆਪਾਂ ਇਹ ਵੀ ਗੱਲ ਕੀਤੀ ਵੀ ਕਾਨੂੰਨੀ ਸੇਵਾਵਾਂ ਨਹੀਂ ਪਹੁੰਚ ਪਾਉਂਦੀਆਂ ਜੀ। ਪਰ ਫਿਰ ਵੀ ਜੇ ਹਰਮਨ ਜੀ ਕੁਝ ਜਿਹੜੇ ਅਫਸਰ ਨੇ ਜੋ ਠਾਣ ਲੈਣ ਤਾਂ ਬਹੁਤ ਕੁਝ ਕਰ ਸਕਦੇ ਨੇ। ਕੇਰਲ ਦੇ ਕੋਲਮ ਤੋਂ ਇਹ ਖਬਰ ਆਈ ਹੈ। 2 ਸਾਲ ਪਹਿਲਾਂ ਉੱਥੇ ਇੱਕ ਬੱਚੀ ਦਾ ਬਲਾਤਕਾਰ ਹੋਇਆ ਸੀ। 13 ਸਾਲ ਦੀ ਬੱਚੀ ਦਾ ਬਲਾਤਕਾਰ ਸੀਗਾ, ਔਰ ਜਿਹੜਾ ਦੋਸ਼ੀ ਸੀਗਾ ਉਹ ਸਾਊਦੀ ਅਰਬ ਭੱਜ ਗਿਆ ਸੀ। ਅੱਛਾ ਜੀ। ਸਾਊਦੀ ਅਰਬ ਭੱਜ ਗਿਆ। ਉਸ ਤੋਂ ਬਾਅਦ ਉਹਦਾ ਜਿਹੜਾ ਕੇਸ ਦਰਜ ਹੋਇਆ, ਫਿਰ ਉਸ ਤੋਂ ਬਾਅਦ ਉਹ ਭੱਜ ਗਿਆ, ਫਿਰ ਰਫਾ ਦਫਾ ਹੋ ਗਿਆ, ਜਿਹੜਾ ਕੇਸ ਹੈ ਉਹ ਪੈਂਡਿੰਗ ਪੈ ਗਿਆ। ਤੇ ਉਸ ਦੌਰਾਨ ਇੱਕ ਰੈਸਕਿਊ ਹੋਮ ਦੇ ਵਿੱਚ ਉਸ ਬੱਚੀ ਨੂੰ ਭਰਤੀ ਕਰ ਦਿੱਤਾ ਗਿਆ, ਜਿੱਥੇ ਕਿ ਉਸ ਬੱਚੀ ਨੇ ਖੁਦਕੁਸ਼ੀ ਕਰ ਲਈ ਸੀ। ਹੁਣ 2 ਸਾਲ ਬਾਅਦ ਕੋਲਮ ਦੇ ਵਿੱਚ ਇੱਕ IPS ਅਫਸਰ ਕੁੜੀ ਦੀ ਤੈਨਾਤੀ ਹੋਈ
29 ਸਾਲ ਦੀ ਇਹ ਹੈ ਮੇਰਿਨ ਜੋਸਫ। ਜੀ। ਇਹਨੇ ਜਦੋਂ ਆ ਕੇ ਪੁਰਾਣੀਆਂ ਫਾਈਲਾਂ ਖੋਲੀਆਂ ਤੇ ਇਹਨੇ ਵੇਖਿਆ ਵੀ ਔਰਤਾਂ ਦੇ ਨਾਲ ਬੱਚਿਆਂ ਦੇ ਨਾਲ ਜਿਹੜੇ ਮਾਮਲੇ ਨੇ ਜੁੜੇ ਹੋਏ ਉਹਨਾਂ ਦੇ ਵਿੱਚ ਕੀ ਹੋਇਆ ਜਾਂ ਉਹ ਕਿੱਥੇ ਤੱਕ ਪਹੁੰਚੇ। ਜਦੋਂ ਇਹਨੇ ਇਹ ਪਤਾ ਕੀਤਾ ਵੀ ਉਹ ਬੰਦਾ ਜਿਹੜਾ ਸਾਊਦੀ ਅਰਬ ਭੱਜ ਗਿਆ ਸੀ ਤੇ ਉਹ ਕੁੜੀ ਨੇ ਖੁਦਕੁਸ਼ੀ ਕਰ ਲਈ ਸੀ, ਤੇ ਉਹ ਕਹਿੰਦੀ ਮੇਰੇ ਮਨ ਨੂੰ ਇੰਨਾ ਹੋਇਆ ਵੀ ਇਹ ਸਾਊਦੀ ਅਰਬ ਜਿਹੜਾ ਗਿਆ ਮੈਂ ਉੱਥੋਂ ਲੈ ਕੇ ਆਉਣਾ। ਤੇ ਉਹਨੇ ਠਾਣ ਲਿਆ, ਉੱਥੋਂ ਦੀ ਜਿਹੜੀ ਸਰਕਾਰ ਹੈ, ਉੱਥੋਂ ਦੀ ਜਿਹੜੀ ਪੁਲਿਸ ਉੱਥੇ ਤੱਕ ਪਹੁੰਚ ਕੀਤੀ ਤੇ ਹੁਣ ਇਹ ਉਹਨੂੰ ਭਾਰਤ ਲੈ ਕੇ ਆਉਣ ਵਾਲੀ ਹੈ ਬਹੁਤ ਜਲਦ। ਬਹੁਤ ਵਧੀਆ। ਔਰ ਉਹ ਕੁੜੀ ਇਹ ਕਹਿ ਰਹੀ ਸੀਗੀ ਵੀ ਇਹ ਪਹਿਲਾ ਕੇਸ ਹੈ ਵੀ ਜਦੋਂ ਬਲਾਤਕਾਰ ਦਾ ਕੋਈ ਦੋਸ਼ੀ ਬਾਹਰ ਭੱਜਿਆ ਹੋਵੇ ਤੇ ਅਸੀਂ ਉਹਨੂੰ ਵਾਪਸ ਲਿਆਉਣਾ ਹੋਵੇ, ਪਰ ਕਹਿੰਦੀ ਜਦੋਂ ਇਹ ਆ ਗਿਆ ਉਸ ਤੋਂ ਬਾਅਦ ਅਸੀਂ ਜਿਹੜੇ ਹੋਰ ਵੀ ਇਦਾਂ ਦੇ ਭੱਜੇ ਹੋਏ ਜਿਹੜੇ ਮੁਜਰਮ ਨੇ ਉਹਨਾਂ ਨੂੰ ਵੀ ਮੈਂ ਲੈ ਕੇ ਆਉਂਗੀ। ਮੈਂ ਤਾਂ ਸੱਚੀ ਇਸ ਕੁੜੀ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਇੱਕ ਤਾਂ ਵਾਪਸ ਜ਼ਰੂਰ ਲੈ ਕੇ ਆਵੇ, ਇੱਕ ਐਸੀ ਮਿਸਾਲੀ ਸਜ਼ਾ ਇਸ ਬੰਦੇ ਨੂੰ ਦਿੱਤੀ ਜਾਣੀ ਚਾਹੀਦੀ ਹੈ ਕਿ ਜਿਹਦੇ ਨਾਲ ਬਾਕੀਆਂ ਨੂੰ ਕੰਨ ਹੋ ਜਾਣ ਵੀ ਜੇਕਰ ਅਸੀਂ ਇਹੋ ਜਿਹਾ ਕੁਝ ਗਲਤ ਕਰਾਂਗੇ ਤਾਂ ਸਾਡਾ ਵੀ ਹਸ਼ਰ ਇਹ ਹੋਏਗਾ। ਹਨਾ, ਇਹ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ। ਸੋ ਖੈਰ ਇਹੋ ਜਿਹੀਆਂ ਅਫਸਰਾਂ ਨੂੰ ਜ਼ਰੂਰ ਸਲਾਮ ਹੈ ਜਿਹੜੀਆਂ ਤਨਦੇਹੀ ਦੇ ਨਾਲ ਆਪਣੀ ਡਿਊਟੀ ਨੂੰ ਨਿਭਾਉਂਦੀਆਂ ਨੇ। ਬਾਕੀ ਫਿਲਹਾਲ ਦੇ ਲਈ ਸਾਡੇ ਜਾਣ ਦਾ ਹੋ ਗਿਆ ਵੇਲਾ। ਆਪਣੀ ਪ੍ਰਤੀਕਿਰਿਆ ਸਾਡੇ ਤੇ ਜ਼ਰੂਰ ਪਹੁੰਚਾਇਓ ਜੀ। ਦੋਵਾਂ ਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।